ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਸਫਲ ਗੁਰਪੁਰਬ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਹਾਂ ਜੀ ਕਿ ਕਿਵੇਂ ਨਾਮ ਬਾਣੀ ਨਾਲ ਜੁੜਿਆ ਇੱਕ ਦੈਵੀ ਟੱਬਰ ਸੰਸਾਰ ਦੇ ਉਥਲ ਪੁਥਲ ਵਿੱਚ ਜਾਂ ਬਖੇੜਿਆਂ ਵਿੱਚ ਗੁਰਪੁਰਬ ਮਨਾਉਂਦਾ ਸੀ। ਉਸ ਦੀ ਇੱਕ ਝਲਕ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਭਈ ਨਿਰਾਸੀ ਬਹੁਤ ਦਿਨ ਲਾਗੇ, ਦੇਸ਼ ਦਿਸੰਤਰ ਮੈਂ ਸਗਲੇ ਚਾਗੇ। ਗਰਮੀ ਦੀ ਰੁੱਤ ਹੋ ਚੁੱਕੀ, ਸੰਸਾਰ ਭਰ ਨੂੰ ਜ਼ੋਰ ਨਾਲ ਤਪਾ ਕੇ ਹੁਣ ਹਾਲ ਹੋਰੀ ਵਿਦਾ ਹੋ ਚੁੱਕੇ। ਮਗਰੋਂ ਤਪਤ ਨਾਲ ਦੁਖੀ ਜੀਵਾਂ ਨੂੰ ਠੰਡ ਪਾਉਣ ਲਈ ਮੀਂਹ ਲੱਥੇ ਸਨ ਅਰ ਬਰਖਾ ਰੁੱਤ ਦਾ ਰਾਜ ਸਾਰੇ ਹੋ ਗਿਆ ਸੀ। ਪਰ ਜਿਸ ਤਰ੍ਹਾਂ ਸੰਸਾਰ ਵਿੱਚ ਇੱਕ ਰਾਜ ਆਉਂਦਾ ਹੈ, ਜਦ ਉਹ ਅੱਤ ਚੁੱਕਦਾ ਹੈ ਤਾਂ ਦੂਜਾ ਉਸ ਨੂੰ ਸਰ ਕਰਕੇ ਆਪਣਾ ਝੰਡਾ ਆਗੜਦਾ ਹੈ। ਫਿਰ ਉਹ ਵੀ ਭਾਵੇਂ ਪਹਿਲੇ ਰਾਜ ਨੂੰ ਅਤਿਆਚਾਰ ਕਰਕੇ ਨਾਸ਼ ਹੁੰਦਾ ਦੇਖ ਚੁੱਕਾ ਹੁੰਦਾ ਹੈ, ਪਰ ਫਿਰ ਆਪਣੇ ਰਾਜ ਮਾਤਰ ਵਿੱਚ ਮਤਿਆ ਹੋਇਆ ਉਦਮ ਮਚਾਉਂਦਾ ਹੈ, ਜਿਸ ਦਾ ਅੰਤ ਉਸ ਦੇ ਰਾਜ ਦਾ ਵੀ ਨਾਸ਼ ਹੁੰਦਾ ਹੈ। ਇਸੇ ਤਰ੍ਹਾਂ ਪਰਜਾ ਨੂੰ ਗਰਮੀ ਤੋਂ ਸੁੱਖ ਦੇਣ ਹਿਤ ਬਰਖਾ ਰੁੱਤ ਨੂੰ ਰਾਜ ਮਿਲਿਆ ਸੀ, ਪਰ ਉਹਨੇ ਵੀ ਅੱਤ ਚੁੱਕੀ ਤੇ ਮੀਂਹ ਵਸਾ ਵਸਾ ਕੇ ਹੜ੍ਹ ਲੈ ਆਂਦੇ ਤੇ ਲੋਕਾਂ ਦੇ ਘਰ ਢਾਉਣੇ ਸ਼ੁਰੂ ਕਰ ਦਿੱਤੇ। ਇਹ ਅਤਿਆਚਾਰ ਕਦੋਂ ਤੱਕ ਰਹਿ ਸਕਦਾ ਸੀ? ਸੋ ਬਰਖਾ ਰੁੱਤ ਦਾ ਵੀ ਅੰਤ ਹੋ ਗਿਆ। ਉਸ ਦੇ ਮਗਰੋਂ ਇੱਕ ਅਜਿਹੀ ਰੁੱਤ ਦਾ ਰਾਜ ਆਇਆ ਜੋ ਸਦਾ ਹੀ ਸ਼ਾਨਦਾਇਨੀ ਸੀ। ਬਰਖਾ ਦੇ ਮਗਰੋਂ ਸਰਦ ਰੁੱਤ ਆਈ। ਸਦਾ ਸ਼ਾਂਤ ਰਹਿਣ ਦਾ ਤੇ ਹੋਰਨਾਂ ਨੂੰ ਸ਼ਾਂਤੀ ਦੇਣ ਦਾ ਸੁਭਾਗ ਇਸੇ ਨੂੰ ਪ੍ਰਾਪਤ ਹੋਣਾ ਸੀ, ਕਿਉਂ ਜੋ ਇਸ ਸੁਹਾਵਣੀ ਰੁੱਤ ਵਿੱਚ ਪ੍ਰੇਮ ਸਰੂਪ ਸ਼ਾਂਤੀ ਦੇ ਦਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਤਾਰ ਧਾਰਨ ਕਰਕੇ ਇਸੇ ਰੁੱਤ ਨੂੰ ਨਿਵਾਜਿਆ ਸੀ। ਜਿਸ ਸਤਿਗੁਰੂ ਦੀ ਪੰਜਵੀਂ ਜੋਤ ਨੇ ਦੱਸਿਆ ਹੈ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਛਾਰੀ, ਇਸ ਆਗੇ ਕੋ ਨਾ ਟਿਕੈ ਵਿਕਾਰੀ। ਉਹਨਾਂ ਦੇ ਅਵਤਾਰ ਦੀ ਰੁੱਤ ਵੀ ਕਿਉਂ ਸ਼ਾਨਦਾਇਕ ਨਾ ਹੁੰਦੀ। ਸਰਦ ਰੁੱਤ ਹੈ ਤੇ ਪਹਾੜੀ ਦੇਸ਼, ਪ੍ਰਭਾਤ ਦਾ ਵੇਲਾ, ਇਕਾਂਤ ਸਥਾਨ, ਕਿਆ ਪਿਆਰਾ ਦਰਸ਼ਨ ਹੈ। ਕੁਦਰਤ ਪੂਰੇ ਰੰਗ ਤੇ ਹੈ। ਸੁਰ ਤਾਲ ਨਿਰਮਲ ਜਲ ਨਾਲ ਡਲਕ ਡਲਕ ਕਰਦੇ ਹਨ। ਨਦੀ ਨਾਲੇ ਮੋਤੀਆਂ ਦੀ ਆਬ ਵਾਂਗੂ ਝਲਕਦੇ ਜਲ ਨਾਲ ਸਹਿਜੇ ਸਹਿਜੇ ਮਸਤ ਤੁਰੇ ਜਾਂਦੇ ਹਨ। ਬਨਸਪਤੀ ਵੀ ਰੰਗੋ ਰੰਗ ਦੇ ਟਾਵੇਂ ਟਾਵੇਂ ਫੁੱਲਾਂ ਨਾਲ ਸੁਹਾ ਰਹੀ ਹੈ, ਮਾਨੋ ਕਿਸੇ ਮਹਾਂਪੁਰਖ ਤੇ ਪੁਸ਼ਪਾਂ ਦੀ ਬਰਖਾ ਕਰਨ ਲਈ ਇਹ ਚੁੱਪ ਖੜੇ ਪ੍ਰੇਮੀ ਰਾਹ ਤੱਕ ਰਹੇ ਹਨ। ਜਾਂ ਐਉਂ ਆਖੋ ਕਿ ਕੁਦਰਤ ਅੱਜ ਆਪਣੇ ਮਾਲਕ ਦੇ ਪ੍ਰੇਮ ਵਿੱਚ ਮਤੀ ਚੁੱਪਚਾਪ ਖੜੋਤੀ ਹੈ। ਭਾਵੇਂ ਸੁਹਜ ਸੁਭਾਵ ਹੀ ਸ਼ਿੰਗਾਰੀ ਹੋਈ ਹੈ, ਪਰ ਨਾ ਤਾਂ ਆਪਣੇ ਇਸ ਕੁਦਰਤੀ ਸ਼ਿੰਗਾਰ ਦਾ ਤੇ ਨਾ ਹੀ ਆਪਣੇ ਰੂਪ ਦਾ ਮਾਣ ਤਾਣ ਹੈ। ਮਾਨੋ ਕੁਦਰਤ ਆਪਣੀ ਚੁੱਪ ਨਾਲ ਇਹ ਕਹਿ ਰਹੀ ਹੈ, ਹੋਂ ਖੜੀ ਨਿਹਾਲੀ ਪੰਦ, ਮਤ ਮੂੰਹ ਸੱਜਣ ਆਵੇ, ਕੋ ਆਣ ਮਿਲਾਵੇ ਅੱਜ, ਮੈਂ ਫਿਰ ਮੇਲ ਮਿਲਾਵੇ। ਜੇ ਧਰਤੀ ਤੇ ਕੁਦਰਤ ਨੇ ਇਹ ਸ਼ਾਂਤਮਈ ਸਾਜ ਸਜਾਇਆ ਹੈ, ਤਾਂ ਆਕਾਸ਼ ਨੇ ਵੀ ਨਿਰਮਲ ਸਾਫ਼ ਨੀਲ ਵਿੱਚ ਤਾਰਿਆਂ ਦੀ ਪਿਆਰੀ ਜੜਤ ਜੜੀ ਹੈ। ਮਾਨੋ ਪਿਆਰੇ ਦੇ ਸੰਸਾਰ ਵਿੱਚ ਆਉਂਦਿਆਂ ਨੂੰ ਆਗਤ ਭਾਗਤ ਤੇ ਜੀ ਆਇਆਂ ਕਰਨ ਹਿਤ ਚੰਦੋਆ ਤਾਣਿਆ ਹੈ। ਰਾਤ ਬੀਤ ਚੁੱਕੀ ਹੈ, ਚੰਦ ਵੀ ਲੁਕ ਗਿਆ ਹੈ, ਪਰ ਤਾਰੇ ਅਜੇ ਡਲਕਾਂ ਮਾਰ ਰਹੇ ਹਨ। ਆਪ ਤੋਂ ਆਪ ਮਨ ਇਸ ਸਮੇਂ ਇਕੱਠਾ ਹੁੰਦਾ ਤੇ ਅੰਤਰਮੁਖ ਬਿਰਤੀ ਧਾਰਨ ਕਰਨਾ ਹੁੰਦਾ ਹੈ। ਜੇ ਆਲੇ ਦੁਆਲੇ ਨਜ਼ਰ ਮਾਰੋ ਤਾਂ ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ ਦੀ ਧੁਨੀ ਲਹਿਰੇ ਲੈਂਦੀ ਜਾਪਦੀ ਹੈ। ਜੇ ਇਸੇ ਤਰ੍ਹਾਂ ਮਨ ਨੂੰ ਲਗਾ ਕੇ ਬਾਣੀ ਪੜ੍ਹਨ ਬਹਿ ਜਾਈਏ ਤਾਂ ਤੁਕ ਤੁਕ ਉੱਪਰ ਜੋ ਸਵਾਦ ਆਉਂਦਾ ਹੈ ਉਹ ਕਿਹਾ ਨਹੀਂ ਜਾਂਦਾ। ਸੱਚਮੁੱਚ ਅੱਖਾਂ ਦੇ ਸਾਹਮਣੇ ਵਾਹਿਗੁਰੂ ਕਰਤਾ ਪੁਰਖ ਹੋ ਕੇ ਦਿਸਦਾ ਹੈ। ਹੁਕਮੀ ਓਵਨ ਆਕਾਰ ਹੁਕਮ ਨ ਕਹਿਆ ਜਾਈ, ਹੁਕਮੀ ਓਵਨ ਜੀ ਹੁਕਮ ਮਿਲੇ ਵਡਿਆਈ ਦਾ ਪਾਠ ਇਸ ਵੇਲੇ ਆਪਣੇ ਭਾਵ ਨੂੰ ਸਪਸ਼ਟ ਕਰ ਰਿਹਾ ਹੈ। ਗਾਵਨ ਤੁਧ ਨੂੰ ਪਾਉਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ ਦਾ ਅਸਲੀ ਰੰਗ
ਇੱਥੇ ਹੀ ਖੁੱਲਦਾ ਹੈ ਤੇ ਸਾਮਰਥਕ ਪਿਆ ਦਿਸਦਾ ਹੈ ਕਿ ਕੁਦਰਤ ਦੇ ਇਹ ਪਦਾਰਥ ਸੱਚਮੁੱਚ ਪਿਆਰੇ ਦੇ ਗੀਤ ਗਾਉਂਦੇ ਹਨ। ਪੰਛੀਆਂ ਦੇ ਚੋਹਚੋਹੇ, ਸਰਦ ਪਾਉਣ ਦੇ ਮਨ ਸਰਗਦੇ ਰੁਮਕੇ, ਅਰ ਕੋਲ ਵਗਦੀ ਕੂਹਲ ਦੀ ਨਿੱਕੀ ਨਿੱਕੀ ਤਿਲਕਵੀਂ ਆਵਾਜ਼, ਸਭੇ ਕਿਸੇ ਬੱਜੇ ਦੇ ਸਾਜ਼ਾਂ ਦੀ ਮਦਰ ਧੁਨੀ ਵਾਂਗੂ ਕੁਦਰਤੀ ਰਾਗ ਆਲਾਪ ਤੇ ਜਾਪਦੇ ਹਨ। ਪਰ ਕੋਈ ਵਿਰਲੇ ਭਾਗਾਂ ਵਾਲੇ ਹੀ ਇਹਨਾਂ ਪਿਆਰੀਆਂ ਮੌਜਾਂ ਨੂੰ ਮਾਣ ਸਕਦੇ ਹਨ। ਨਹੀਂ ਤਾਂ ਇਸ ਸਮੇਂ ਪਿਆਰੀ ਨੀਂਦਰ ਤੋਂ ਕੌਣ ਵਿਛੜਦਾ ਹੈ। ਹਰ ਕੋਈ ਨੀਂਦ ਦੀ ਮਸਤੀ ਵਿੱਚ ਬੇਸੁੱਧ ਪਿਆ ਹੈ ਔਰ ਸਿਰ ਪਰ ਸਮਾਂ ਕੂਕ ਰਿਹਾ ਹੈ। ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵੰਦੜੋਂ ਮੋਇਓ। ਅਜੇ ਪਉ ਫੁਟਾਲਾ ਹੀ ਹੋਇਆ ਸੀ ਜੋ ਇੱਕ ਮਿੱਠੀ ਸੁਰੀਲੀ ਤੇ ਬੇਨਤੀ ਨਾਲ ਭਰੀ ਆਵਾਜ਼ ਸੁਣਾਈ ਦਿੱਤੀ। ਪਈ ਨਿਰਾਸੀ ਬਹੁਤ ਦਿਨ ਲਾਗੇ, ਦੇਸ ਦਿਸੰਤਰ ਮੈਂ ਸਗਲੇ ਝਾਗੇ, ਖਿਨ ਰਹਿਣ ਨਾ ਪਾਵੋਂ ਬਿਨ ਪਗ ਪਾਗੇ, ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗੇ। ਇਹ ਬਿਰਹੋਂ ਵਿੱਚ ਭਰਿਆ ਸ਼ਬਦ ਇਸ ਸ਼ਾਂਤ ਸਮੇਂ ਇੱਕ ਪੱਥਰ ਦੀ ਸਿਲ ਉੱਤੇ ਬੈਠੀ ਇੱਕ 20-22 ਵਰੇ ਦੀ ਬੀਬੀ ਗਾ ਰਹੀ ਹੈ। ਇਸ ਦੇ ਤਿੰਨੇ ਪਾਸੇ ਪਹਾੜੀ ਤੇ ਸਾਹਮਣੇ ਪਾਸੇ ਖੱਡ ਹੈ ਤੇ ਜਿੱਥੋਂ ਤੱਕ ਵੇਖੋ ਪਰਬਤ ਹਰੇ ਹਰੇ ਫਰਸ਼ ਨਾਲ ਫਬ ਰਹੇ ਹਨ। ਕੈਸਾ ਅਜੀਬ ਦਰਸ਼ਨ ਹੈ। ਉੱਚੇ ਪਰਬਤ ਪਰ ਸੰਸਾਰ ਤੋਂ ਵੀ ਉੱਚੀ ਹੋਈ ਜਾਪਦੀ ਹੈ। ਇਸ ਦੇ ਨਿਰਦੋਖ ਦਰਸ਼ਨ ਅਰ ਭੋਲੇ ਚਿਹਰੇ ਤੋਂ ਪਵਿੱਤਰਤਾ ਟਪਕਦੀ ਪਈ ਹੈ। ਇਸ ਨੂੰ ਦੇਖਦਿਆਂ ਹੀ ਚਿੰਤਾ ਮਨੋਂ ਨਾਸ਼ ਹੋ ਜਾਂਦੀ ਹੈ ਔਰ ਇਉਂ ਜਾਪਦਾ ਹੈ ਕਿ ਇਸ ਦੀ ਸੁੰਦਰਤਾ ਦੇ ਵਿੱਚ ਹੀ ਅੰਮ੍ਰਿਤ ਹੈ, ਜੋ ਦੇਖਣ ਵਾਲੇ ਨੂੰ ਪਿਆਰੀ ਲੱਗਦੀ ਤੇ ਪਵਿੱਤਰ ਬਣਾ ਦਿੰਦੀ ਹੈ। ਜਿਸ ਤਰ੍ਹਾਂ ਪਰਬਤ ਦੀ ਪੌਣ ਹਲਕੀ ਤੇ ਮਨ ਨੂੰ ਉੱਚੀਆਂ ਕਰਦੀ ਹੈ, ਤਿਵੇਂ ਇਸ ਦੇਵੀ ਦਾ ਫੁੱਲਾਂ ਵਰਗਾ ਨਿਰਮਲ ਤੇ ਹਲਕੇਪਨ ਵਾਲਾ ਪ੍ਰਭਾਵ ਆਤਮਾ ਨੂੰ ਤਰਾਵਤ ਦਿੰਦਾ ਤੇ ਉੱਚੀਆਂ ਕਰਦਾ ਹੈ। ਇਸ ਸ਼ਾਂਤਮਈ ਸਮੇਂ ਇਸ ਦਾ ਇਸ ਸੱਚੇ ਹਿਰਦੇ ਨਾਲ ਪਵਿੱਤਰ ਸ਼ਬਦ ਨੂੰ ਗਾਉਣਾ ਹੋਰ ਵੀ ਇਸ ਦੀ ਸ਼ੋਭਾ ਨੂੰ ਵਧਾ ਰਿਹਾ ਹੈ। ਨੇਤਰ ਬੰਦ ਹਨ, ਗੁਲਾਬੀ ਚਿਹਰੇ ਤੇ ਦੋ ਕੋ ਹੰਝੂ ਤਰੇਲ ਵਾਂਗੂ ਪਏ ਹਨ। ਇਹ ਦੇਵੀ ਆਪਣੇ ਸਤਿਗੁਰਾਂ ਅੱਗੇ ਬੇਨਤੀ ਵਿੱਚ ਮਗਨ ਹੈ। ਜਪਜੀ ਸਾਹਿਬ ਤੇ ਆਸਾ ਦੀ ਵਾਰ ਆਦਿ ਬਾਣੀ ਦਾ ਪਾਠ ਪ੍ਰੇਮ ਨਾਲ ਕਰ ਚੁੱਕੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਾ ਪੁਰਬ ਨੇੜੇ ਹੈ। ਇਸ ਕਰਕੇ ਮਨ ਵਿੱਚ ਗੁਰੂ ਬਾਣੀਆਂ ਦੇ ਪਾਠ ਦਾ ਵਧੇਕ ਉਮਾਹ ਹੈ। ਅੱਜ ਪ੍ਰੇਮ ਦੀਆਂ ਕਾਂਗਾਂ ਜ਼ੋਰ ਤੇ ਹਨ ਅਰ ਇਉਂ ਉਮੜ ਕੇ ਆ ਰਹੀਆਂ ਹਨ। ਪ੍ਰਭ ਦਾਤੋ ਦਾਤਾਰ, ਪਰਿਓ ਜਾਚਕ ਇਕ ਸਰਨਾ, ਮਿਲੇ ਦਾਨ ਸੰਤਰੇਨ ਜਹ ਲਗ ਭਉਜਲ ਤਰਨਾ। ਬਿਨਤ ਕਰੋ ਅਰਦਾਸ ਸੁਨੋ ਜੇ ਠਾਕਰ ਭਾਵੇ, ਦੇਹੋ ਦਰਸ ਮੰਚਾਓ ਭਗਤ ਇਹ ਮਨ ਠਹਿਰਾਵੇ। ਬਲਿਓ ਚਰਾਗ ਅੰਧਾਰ ਮੈਂ ਸਭ ਕਲ ਉਧਰੀ ਇਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰਪਾਰ ਬ੍ਰਹਮ। ਇਸ ਤਰਲਿਆਂ ਭਰੀ ਆਵਾਜ਼ ਨਾਲ ਇਹ ਸਵਈਆ ਗਾਵਿਆ ਹੈ ਜੋ ਸੱਚਮੁੱਚ ਦਿਲ ਦਾ ਭਾਵ ਸਾਫ਼ ਪਿਆ ਪ੍ਰਗਟ ਹੋਵੇ ਔਰ ਸੁਣਨ ਵਾਲੇ ਦਾ ਮਨ ਵੀ ਪਿਆ ਬੇਨਤੀਆਂ ਕਰੇ। ਮਿਲੇ ਦਾਨ ਸੰਤਰੇਨ ਜਹ ਲਗ ਭਉਜਲ ਤਰਨ। ਸ਼ਬਦ ਮੁਕਣ ਤੇ ਠੰਡਾ ਸਾਹ ਲੈ ਕੇ ਬੋਲੀ, ਬਲਿਓ ਚਰਾਗ ਅੰਧਾਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ। ਹੈ ਹਾਏ, ਤੇ ਮੇਰੇ ਅੰਦਰ ਹਨੇਰੇ ਦਾ ਹਨੇਰਾ ਹੀ ਪਿਆ ਹੈ। ਮੈਂ ਅਭਾਗਣ ਨਾਮ ਨੂੰ ਸਿੱਖ ਵੀ ਸਦਾਂਦੀ ਹਾਂ, ਪਰ ਅੰਦਰ ਕੋਰ ਗੁਬਾਰ, ਹੱਥ ਤੇ ਹੱਥ ਨਾ ਦਿਸੇ। ਹਾਏ, ਮੇਰੇ ਅੰਦਰ ਚਿਰਾਗ ਨਾ ਬਲਿਆ, ਮੈਂ ਨਾਮ ਧਰਮ ਧਾਰ ਕੇ ਆਪਣਾ ਉਧਾਰ ਨਾ ਕੀਤਾ। ਜਨ ਨਾਨਕ ਗੁਰਪਾਰ ਬ੍ਰਹਮ ਸਾਰੇ ਪੌਣ ਵਿੱਚ ਪ੍ਰਗਟ ਹੋਇਆ ਹੈ, ਪਰ ਮੇਰੇ ਭਾਗ ਮੈਨੂੰ ਕਦੇ ਦਰਸ਼ਨ ਨਸੀਬ ਨਾ ਹੋਏ। ਹਾਂ ਸੱਚ ਹੈ, ਨਾਨਕ ਸੇ ਅਖਣੀਆਂ ਬੇਅਨ, ਜਿੰਨੀ ਡਿਸੰਦੋ ਮਾਂ ਪਿਰੀ, ਉਹ ਅੱਖੀਆਂ ਮੈਂ ਨਾ ਖੋਲੀਆਂ। ਮੈਂ ਅੱਖਾਂ ਦੇ ਹੁੰਦਿਆਂ ਫਿਰ ਅੰਨੀ ਰਹੀ, ਫਿਰ ਪਲ ਕੋ ਚੁੱਪ ਕਰ ਰਹੀ ਤੇ ਮਗਰੋਂ ਆਵਾਜ਼ ਨਿਕਲੀ, ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਅੰਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਛੰਤ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆਂ, ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੋਜੰਤੀਆਂ। ਤਿਸ 10 ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ,
नैन हमारे प्रिय रंग रंगारे, एक तिल भी ना तिरीजै। प्रभ स्यों मन लीना, ज्यों जल मीना, चातृक जिवें तिसंतियां। जन नानक गुरपूरा पाया, सगली तिखा बुझंती। छंत पढ़दी पढ़दी बेबल हो गई। गाँवदियां शरीर भी दो त्रै वेरी कंब उठिया और नैना तो जल जारी हो गया। फिर बेबस होके बोलन लगी, हाय मैं की ते ਇਹ ਸ਼ਬਦ ਗਾਉਣਾ ਕੀ। ਇਹ ਤਾਂ ਉਹਨਾਂ ਲਈ ਹੈ ਜਿਨ੍ਹਾਂ ਨੂੰ ਦਿਨੇ ਰਾਤੀ ਪਿਆਰੇ ਗੁਰੂ ਦੇ ਦਰਸ਼ਨ ਦੀ ਪਿਆਸ ਹੋਵੇ ਤੇ ਜੋ ਸਤਿਗੁਰੂ ਨੂੰ ਪਪੀਹੇ ਦੀ ਤਰ੍ਹਾਂ ਸਾਰੇ ਟੋਲਦੀਆਂ ਫਿਰਨ ਤੇ ਜੋ ਇੱਕ ਭੋਰੀ ਦਰਸ਼ਨ ਪਿੱਛੇ ਸਿਰ ਲਾ ਕੇ ਅੱਗੇ ਧਰਨ ਲਈ ਤਿਆਰ ਹੋਣ। ਹਾਏ ਮੈਂ ਮਾਇਆ ਵਿੱਚ ਰਤੀ ਹੋਈ ਨੇ, ਨਾ ਘਾਲ ਕਾਲੀ ਤੇ ਨਾ ਭਾਲ ਕੀਤੀ, ਮੈਨੂੰ ਕਿੱਥੇ ਟੋਈ। ਮੇਰੇ ਇਹ ਭਾਗ ਕਿੱਥੇ ਜੋ ਸਤਿਗੁਰਾਂ ਦੇ ਦਰਸ਼ਨ ਮੈਨੂੰ ਹੋਣ। ਪਲਕ ਮਗਰੋਂ ਫਿਰ ਤਰਲਿਆਂ ਭਰੀ ਆਵਾਜ਼ ਨਾਲ ਗਾਉਣ ਲੱਗ ਪਈ। ਗਾਉਂਦੀ ਕੀ ਸੀ, ਮਾਨੋ ਸੱਚਮੁੱਚ ਹੱਥ ਬੰਨ ਤੇ ਘੜੀ ਮੁੜੀ ਮੱਥੇ ਟੇਕ ਕੇ ਕਿਸੇ ਦੇ ਅੱਗੇ ਤਰਲੇ ਕਰ ਰਹੀ ਸੀ। ਆਸ ਪਿਆਸੀ ਮੈਂ ਫਿਰੋਂ, ਕਬ ਪੇਖੋਂ ਗੋਪਾਲ, ਹੈ ਕੋਈ ਸਾਜਨ ਸੰਤ ਜਨ, ਨਾਨਕ ਪ੍ਰਭ ਮੇਲਣ ਹਾਰ। ਬਿਨ ਮਿਲਬੈ ਸ਼ਾਂਤ ਨਾ ਉਪਜੈ, ਤਿਲ ਪਲ ਰਹਿਣ ਨਾ ਜਾਏ, ਹਰ ਸਾਧੈ ਸ਼ਰਣਾਗਤੀ, ਨਾਨਕ ਆਸ ਪੁਜਾਏ। ਇਸ ਤਰ੍ਹਾਂ ਬੇਬਲ ਹੋਈ ਹੋਈ ਬਿਰਹੋਂ ਬੇਨਤੀ ਦੇ ਸ਼ਬਦ ਗਾਉਂਦੀ ਰਹੀ। ਫਿਰ ਮੂੰਹੋਂ ਇਹ ਗੀਤ ਨਿਕਲਿਆ, ਜਿਸ ਗੀਤ ਦੀ ਟੇਕ ਹੈ, ਹੇ ਗੁਰੂ ਨਾਨਕ ਪਿਆਰੇ ਜੀ, ਆ ਮਿਲ ਗੁਰੂ ਨਾਨਕ ਪਿਆਰੇ ਜੀ। ਕਰ ਮਿਹਰ ਪਿਤਾ ਗੁਰ ਪਿਆਰੇ ਜੀ, ਕਰ ਕਿਰਪਾ ਦੇਹੋ ਦੀਦਾਰੇ ਜੀ। ਮੈਂ ਬਚੜੀ ਓਟ ਨਿਹਾਰੇ ਜੀ, ਆ ਮਿਲ ਗੁਰੂ ਨਾਨਕ ਪਿਆਰੇ ਜੀ। ਨਾ ਯੋਗ ਫਸੀ ਵਿੱਚ ਮਾਇਆ ਮੈਂ, ਨਾ ਹਰ ਹਰ ਨਾਮ ਤੇ ਆਇਆ ਮੈਂ, ਨਾ ਕਰਮ ਮੇਰੇ ਸੁਕਾਰੇ ਜੀ, ਆ ਮਿਲ ਗੁਰੂ ਨਾਨਕ ਪਿਆਰੇ ਜੀ। ਨਾ ਨਿਰਮਲ ਆਤਮ ਮੇਰਾ ਹੈ, ਨਾ ਮਨ ਵਿੱਚ ਤੇਰਾ ਡੇਰਾ ਹੈ, ਨਾ ਫੇਰਾ ਤੇਰੇ ਦੁਆਰੇ ਜੀ, ਆ ਮਿਲ ਗੁਰੂ ਨਾਨਕ ਪਿਆਰੇ ਜੀ। ਜਗ ਭਾਰਾਂ ਹੇਠ ਦਬਾਈ ਮੈਂ, ਨਾ ਸੁਰਤ ਉੱਠਣ ਦੀ ਰਾਈ ਮੈਂ, ਉੱਡ ਪਹੁੰਚਾਂ ਕਿਵੇਂ ਦੁਆਰੇ ਜੀ, ਆ ਮਿਲ ਗੁਰੂ ਨਾਨਕ ਪਿਆਰੇ ਜੀ। ਨਾ ਜਤਨ ਕੋਈ ਵੀ ਬਣਦਾ ਹੈ, ਨਾ ਕੋਈ ਵਸੀਲਾ ਠਣਦਾ ਹੈ, ਸਭ ਕਰਮ ਧਰਮ ਵੀ ਹਾਰੇ ਜੀ, ਆ ਮਿਲ ਗੁਰੂ ਨਾਨਕ ਪਿਆਰੇ ਜੀ। ਮੈਂ ਤਰਲੇ ਲੈਂਦੀ ਹਾਰ ਗਈ, ਪਰ ਬਣੀ ਨਾ ਕੋਈ ਜੁਗਤ ਸਹੀ, ਇੱਕ ਤੇਰੇ ਚਰਨ ਨਿਹਾਰੇ ਜੀ, ਆ ਮਿਲ ਗੁਰੂ ਨਾਨਕ ਪਿਆਰੇ ਜੀ। ਤੂੰ ਦਇਆ ਸਿੰਧ ਕਿਰਪਾਲੂ ਹੈ, ਤੂੰ ਰਖਿਅਕ ਜਗਤ ਦਿਆਲੂ ਹੈ, ਨਿਤ ਦਾਸਾਂ ਬਿਰਦ ਉਬਾਰੇ ਜੀ, ਆ ਮਿਲ ਗੁਰੂ ਨਾਨਕ ਪਿਆਰੇ ਜੀ। ਤੈਂ ਜਸ ਤ੍ਰੈਲੋਕੀ ਗਾਂਦੀ ਹੈ, ਸੋਭਾ ਦੇ ਗੀਤ ਸੁਣਾਉਂਦੀ ਹੈ, ਗਾ ਰਹੇ ਦੇਵ ਰਲ ਸਾਰੇ ਜੀ, ਆ ਮਿਲ ਗੁਰੂ ਨਾਨਕ ਪਿਆਰੇ ਜੀ। ਸਭ ਸੰਤ ਭਗਤ ਤਨ ਤਨ ਕਹੇ, ਗੁਰੂ ਨਾਨਕ ਨਾਨਕ ਗਾਏ ਰਹੇ, ਗੁਰ ਜਗਤ ਗੁਰੂ ਜਗਤਾਰੇ ਜੀ, ਆ ਮਿਲ ਗੁਰੂ ਨਾਨਕ ਪਿਆਰੇ ਜੀ। ਤੂੰ ਤਾਰੇ ਪਾਪੀ ਭਾਰੇ ਜੀ, ਸਭ ਮੂੜ ਮੁਗਤ ਨਿਸਤਾਰੇ ਜੀ, ਸ਼ਰਨਾਗਤ ਲਏ ਉਬਾਰੇ ਜੀ, ਆ ਮਿਲ ਗੁਰੂ ਨਾਨਕ ਪਿਆਰੇ ਜੀ। ਤੈਂ ਬਾਜ ਗੁਰੂ ਦੁਖ ਪਾਵਾਂ ਮੈਂ, ਦਿਨ ਰਾਤੀ ਦੁਖੀ ਵਿਹਾਵਾਂ ਮੈਂ, ਵਿੱਚ ਚਿੰਤਾ ਦਿਵਸ ਗੁਜ਼ਾਰੇ ਜੀ, ਆ ਮਿਲ ਗੁਰੂ ਨਾਨਕ ਪਿਆਰੇ ਜੀ। ਵੈਰੀ ਨਿਤ ਪੰਜ ਸਤਾਉਂਦੇ ਨੇ, ਦਿਨ ਰਾਤੀ ਤੀਰ ਲਗਾਉਂਦੇ ਨੇ, ਰਲ ਤੇਰੇ ਚਰਨ ਵਿਸਾਰੇ ਜੀ, ਆ ਮਿਲ ਗੁਰੂ ਨਾਨਕ ਪਿਆਰੇ ਜੀ। ਹੁਣ ਜਿਨ ਦੁਖੀ ਅਤ ਹੋਈ ਹੈ, ਤੈਂ ਬਾਜ ਨਾ ਕਿਧਰੇ ਢੋਈ ਹੈ, ਕਰ ਬਖਸ਼ ਤੇ ਲਿਹੋ ਉਬਾਰੇ ਜੀ, ਆ ਮਿਲ ਗੁਰੂ ਨਾਨਕ ਪਿਆਰੇ ਜੀ। ਗਈ ਭੱਜ ਆਸ ਹੁਣ ਮਾਰੀ ਹੈ, ਇੱਕ ਆਸ ਮਿਹਰ ਦੀ ਧਾਰੀ ਹੈ, ਕਰ ਮਿਹਰ ਕਰੋ ਨਿਸਤਾਰੇ ਜੀ, ਆ ਮਿਲ ਗੁਰੂ ਨਾਨਕ ਪਿਆਰੇ ਜੀ। ਤੈਂ ਦਰਸ਼ਨ ਨਿਰਮਲ ਕਰਦਾ ਹੈ, ਸਭ ਦੋਖ ਪਾਪ ਇਹ ਹਰਦਾ ਹੈ, ਇਹ ਅੰਮ੍ਰਿਤ ਪਰਸਨ ਭਾਰੇ ਜੀ, ਆ ਮਿਲ ਗੁਰੂ ਨਾਨਕ ਪਿਆਰੇ ਜੀ। ਹੁਣ ਇਹੋ ਨਿਤ ਅਲਾਵਾਂ ਮੈਂ, ਗੁਰੂ ਨਾਨਕ ਦੇ ਗੁਣ ਗਾਵਾਂ ਮੈਂ, ਕਰ ਬਖਸ਼ ਦਿਓ ਦੀਦਾਰੇ ਜੀ, ਆ ਮਿਲ ਗੁਰੂ ਨਾਨਕ ਪਿਆਰੇ ਜੀ। ਹੁਣ ਭਿੱਜੀਆਂ ਅੱਖਾਂ ਖੋਲੀਆਂ, ਚਾਰੇ ਪਾਸੇ ਤਰੇਲ ਪਈ ਤੋਂ ਕੁਦਰਤ ਰੋਂਦੀ ਜਾਪਦੀ ਸੀ। ਇਰਦ ਗਿਰਦ ਨਜ਼ਰ ਫੇਰਦਿਆਂ ਸਾਰ
ਮੂੰਹੋਂ ਇਹ ਤੁਕਾਂ ਨਿਕਲੀਆਂ ਤੇ ਅੱਖਾਂ ਫਿਰ ਬੰਦ ਹੋ ਗਈਆਂ ਔਰ ਨੈਣਾ ਤੋਂ ਜਲ ਵਗ ਤੁਰਿਆ। ਮੈਂ ਰੋਵੰਦੀ ਸਭ ਜਗ ਰੁੰਨਾ, ਰੁੰਨਣੇ ਵਣੋਂ ਪੰਖੇਰੂ, ਇੱਕ ਨਾ ਰੁੰਨਾ ਮੇਰੇ ਤਨ ਕਾ ਬਿਰਹਾਂ, ਜਿਨਹੋਂ ਪਿਰੋਂ ਵਿਛੋੜੀ। ਫਿਰ ਹੱਥ ਜੋੜ ਕੇ ਗੋਡਿਆਂ ਦੇ ਭਾਰ ਖਲੋ ਕੇ ਉੱਪਰ ਵੱਲ ਤੱਕੀ ਤੇ ਬੋਲੀ, ਜੇ ਮੈਂ ਭੁੱਲੀ ਸਤਿਗੁਰ ਪਿਆਰੇ, ਆਪਣਾ ਬਿਰਦ ਰਖਾਵੀਂ ਤੂੰ, ਬਿਰਦ ਰਖਾਵੀਂ ਨਾ ਤਰਸਾਵੀਂ, ਚਰਨਾਂ ਨਾਲ ਲਗਾਵੀਂ ਤੂੰ, ਚਰਨ ਸਮਾਵੀਂ ਦਰਸ ਦਿਖਾਵੀਂ, ਆਪਣੀ ਸੇਵ ਕਰਾਵੀਂ ਤੂੰ, ਗੁਰੂ ਪਿਆਰੇ ਬਖਸ਼ਣ ਹਾਰੇ, ਆਪੇ ਬਖਸ਼ ਮਿਲਾਵੀਂ ਤੂੰ। ਹੁਣ ਫਿਰ ਚੁੱਪ ਹੋ ਗਈ, ਪਰ ਅੱਖਾਂ ਤੋਂ ਜਲ ਜਾਰੀ ਹੈ। ਥੋੜੇ ਚਿਰ ਮਗਰੋਂ ਹੌਕਾ ਲੈ ਕੇ ਬੋਲੀ, ਵਾਹ ਪਿਆਰੇ ਦੀ ਮਿਹਰ ਤੇ ਵਾਹ ਮੇਰੇ ਅਵੈੜ ਪਨੇ। ਸਤਿਗੁਰਾਂ ਨੇ ਪ੍ਰੇਮ ਦੀ ਖਿੱਚ ਮਾਰੀ, ਬਿਰਹੋਂ ਹਾਂ ਸੁਲਤਾਨ, ਬਿਰਹੋਂ ਦੇ ਫੇਰੇ ਪੁਆਏ, ਆਪਣੇ ਪਿਆਰ ਵਿੱਚ ਤੁਣਕੇ ਦਿੱਤੇ, ਬੇਨਤੀ ਵਿੱਚ ਲਾਇਆ। ਪਰ ਵਾਹ ਵਾਹ, ਮੈਂ ਲੋਹਾਰ ਦੀ ਸੰਨੀ ਵਾਂਗ ਜਲ ਦੀ ਟੁੱਬੀ ਲੈਂਦੇ ਹੀ ਫਿਰ ਅੱਗ ਵਿੱਚ ਫੇਰਾ। ਇਹ ਮਨ ਵੀ ਅਜਬ ਵੈਰੀ ਹੈ, ਔਰ ਘਰ ਦਾ ਵੈਰੀ। ਦੇਖੋ, ਸਤਿਗੁਰ ਦੇ ਪ੍ਰੇਮ ਮੰਡਲ ਵਿੱਚ ਅੜਿੱਕੇ ਦੇ ਦੇ ਕੇ ਘਰ ਵੱਲ ਖਿੱਚਦਾ ਹੈ। ਹੇ ਅੜੀਅਲ ਮਨਾ, ਘਰ ਉਸੇ ਤਰ੍ਹਾਂ ਵਸਦਾ ਹੈ, ਕੰਮਾਂ ਨੇ ਵੀ ਆਪੇ ਸੌਰਨਾ ਹੈ। ਤੂੰ ਆਰਾਮ ਨਾਲ ਕਿਉਂ ਨਹੀਂ ਬਹਿੰਦਾ ਤੇ ਬਾਣੀ ਤੋਂ ਕਿਉਂ ਨੱਸਦਾ ਹੈ? ਰਤਾ ਕੋ ਤਾਂ ਸਤਿਗੁਰਾਂ ਦੀ ਬਾਣੀ ਦਾ ਆਨੰਦ ਲੈ ਲੈਣ ਦੇ। ਪਰ ਹਾਏ, ਇਹ ਮਨ ਖਿੰਨ ਆਵੈ ਤਿਲ ਜਾਵੈ। ਜੇ ਆਪਣਾ ਮਨ ਵੀ ਟੁੱਟ ਕੇ ਸਤਿਗੁਰਾਂ ਦੀ ਚਰਨੀ ਨਹੀਂ ਪੈਂਦਾ, ਤਾਂ ਫਿਰ ਸਤਿਗੁਰਾਂ ਨੂੰ ਮਿਲਣ ਦੀ ਆਸ ਕਿਵੇਂ ਪੁੱਗੇ? ਤੇਰੀ ਸਾਰੀ ਉਮਰਾਂ ਐਵੇਂ ਵਿਅਰਥ ਜਾਊ। ਇਹ ਕਹਿੰਦਿਆਂ ਹੀ ਫਿਰ ਨੇਤਰਾਂ ਵਿੱਚ ਜਲ ਭਰ ਆਇਆ, ਹੱਥ ਜੁੜ ਗਏ ਤੇ ਆਵਾਜ਼ ਨਿਕਲੀ, ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨ ਉਪਜੈ ਜਨ ਕੋ, ਜਨ ਕਹਾਂ ਕਰੇ ਬੇਚਾਰੇ। ਮੇਰੇ ਅੰਦਰ ਤਾਂ ਬਿਰਹਾ ਵੀ ਨਹੀਂ ਜਾਪਦਾ। ਸਤਿਗੁਰ ਨੇ ਭੇਜਿਆ ਸੋ ਵੀ ਮੈਂ ਨਾ ਵਸਾਇਆ। ਜੇ ਬਿਰਹੋਂ ਦੀ ਪੀੜ ਅੰਦਰ ਵਸ ਜਾਂਦੀ ਤਾਂ ਹੋਰ ਸਾਰੇ ਦੁੱਖ ਭੁੱਲ ਜਾਂਦੇ। ਮੇਰਾ ਪਾਪੀ ਮਨ ਤਾਂ ਅਜੇ ਮਾਇਆ ਦੇ ਜਾਲ ਵਿੱਚ ਹੀ ਫਾਥਾ ਪਿਆ ਹੈ। ਹੁਣ ਤਾਂ ਸਰੀਰ ਇਸ ਤਰ੍ਹਾਂ ਕੰਬ ਉੱਠਿਆ, ਮਾਨੋ ਅੰਦਰ ਕਾਤੀ ਫਿਰ ਗਈ ਤੇ ਹਿਰਦਾ ਪਾੜ ਕੇ ਆਵਾਜ਼ ਨਿਕਲੀ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ। ਫਰੀਦਾ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਣ। ਹੁਣ ਤਾਂ ਨਿਰਾਸ਼ਾ ਨੇ ਆਣ ਨਾ ਪਿਆ। ਹਾਏ, ਮੇਰਾ ਮਨ ਮਸਾਣ ਹੈ, ਹੁਣ ਦਰਸ਼ਨ ਕਿਵੇਂ ਹੋਣ? ਕੀ ਐਡੇ ਪਵਿੱਤਰ ਸਤਿਗੁਰੂ ਜੀ ਮਸਾਣ ਹਿਰਦੇ ਵਿੱਚ ਆ ਕੇ ਨਿਵਾਸ ਕਰਨਗੇ? ਇਸੇ ਤਰ੍ਹਾਂ ਕਰਦੀ ਦੇ ਚਿਹਰੇ ਤੇ ਕੁਝ ਆਸ ਦੀ ਝਲਕ ਆਈ, ਔਰ ਗਦ-ਗਦ ਕੰਠ ਨਾਲ ਬੋਲ ਉੱਠੀ, ਹਰ ਆਪੇ ਹੋਏ ਕਿਰਪਾਲ, ਆਪ ਲਿਵ ਲਾਵੇਂਗੇ। ਮੂੰਹੋਂ ਸ਼ੁਕਰ ਸ਼ੁਕਰ ਨਿਕਲ ਪਿਆ, ਮਾਨੋ ਸ਼ੁਕਰ ਦੇ ਫੁਹਾਰੇ ਤੁਰ ਪਏ, ਔਰ ਤ੍ਰਿਣ ਤ੍ਰਿਣ ਸਭ ਕੁਝ ਸ਼ੁਕਰ ਹੀ ਕਰਦਾ ਜਾਪੇ। ਇਸੇ ਮੌਜ ਵਿੱਚ ਉੱਠੀ ਔਰ ਕੁਝ ਫਲ ਤੋੜ ਕੇ ਇੱਕ ਨਿੱਕਾ ਜਿਹਾ ਗੁਲਦਸਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਭੇਟ ਕਰਨ ਲਈ ਬਣਾਇਆ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।